ਜਿਹੜਾ ਡੈਪੋਟੇਸ਼ਨ ਦਾ ਢਿੱਲੋਂ ਸਾਹਿਬ ਮਾਮਲਾ ਹੈ, ਇਹਦੇ ਵਿੱਚ ਤੁਸੀਂ ਪਿਛਲੇ ਕੁਝ 2-3 ਸਾਲਾਂ ਦੇ ਵਿੱਚ ਫਰਕ ਵੇਖਦੇ ਹੋ ਤੇ ਇਹ ਜਿਹੜੇ ਨੰਬਰਸ ਆ ਰਹੇ ਨੇ, ਪਹਿਲੇ 6 ਮਹੀਨੇ ਦਾ ਅੰਕੜਾ ਆਇਆ ਸੀ ਹੁਣ ਤੋਂ ਕੁਝ ਹਫ਼ਤੇ ਪਹਿਲਾਂ ਤੇ ਤਕਰੀਬਨ 7,500 ਡੈਪੋਟੇਸ਼ਨ ਹੋ ਚੁੱਕੇ। ਪਿਛਲੇ ਪੂਰੇ ਸਾਲ ਦੇ ਵਿੱਚ 8,000 ਡੈਪੋਟੇਸ਼ਨ ਹੋਏ ਨੇ ਤੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਇੰਨਾ ਹਾਈ ਨੰਬਰ। ਕੋਈ ਵੀ ਪਰਸਨ ਜਿਹੜਾ ਜਿਹਦਾ ਕੋਈ ਸਟੇਟਸ ਨਹੀਂ ਹੈਗਾ ਉਹਨੂੰ ਵੈਸੇ ਆਪਣੇ ਆਪ ਹੀ ਕੰਟਰੀ ਨੂੰ ਛੱਡ ਕੇ ਜਾਣਾ ਚਾਹੀਦਾ। ਸੋ ਉਹਨੂੰ ਕੋਈ ਹੱਕ ਨਹੀਂ ਇੱਥੇ ਰਹਿਣ ਦਾ। ਪਹਿਲਾਂ ਤਾਂ ਬਹੁਤ ਇੱਕ ਰਿਸੈਪਟਿਵ ਮੁਲਕ ਮੰਨਿਆ ਜਾਂਦਾ ਸੀ ਕੈਨੇਡਾ, ਲੇਕਿਨ ਪਿਛਲੇ ਕੁਝ ਮਹੀਨਿਆਂ ਹਫ਼ਤਿਆਂ ਤੋਂ ਸ਼ਾਇਦ ਕੋਈ ਪੋਲੀਟੀਕਲ ਦਬਾਅ ਵੀ ਦਾ ਹੈ, ਕਿਉਂਕਿ ਜਿਵੇਂ ਵਿਰੋਧੀ ਧਿਰਾਂ ਕਹਿੰਦੇ ਨੇ ਇਟਸ ਅ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ। ਸੋ ਮੈਨੂੰ ਲੱਗਦਾ ਉਹਨੂੰ ਕਰੈਕਟ ਕਰਨ ਦਾ ਤਰੀਕਾ ਇਹ ਹੈ ਕਿ ਸਖਤੀ ਕਰ ਦਿਓ ਤੇ ਆਮਦ ਨੂੰ ਰੋਕ ਦਿਓ। ਕਿ ਇਹ ਇੱਕ ਗੈਂਗਸਟਰਸ ਦੇ ਲਈ ਬਹੁਤ ਵਧੀਆ ਸ਼ੈਲਟਰ ਵਾਲਾ ਕੰਟਰੀ ਹੈ। ਤਾਂ ਹੈਵੀ ਫੈਕਟ ਵੀ ਹੈ, ਉਹਦੇ 'ਚ ਕੋਈ ਦੁਰਾਵਾ ਨਹੀਂ ਹੈਗੀਆਂ ਕਿ ਇੱਥੇ ਇਹ ਚੀਜ਼ਾਂ ਹੋ ਰਹੀਆਂ ਨੇ। ਦ ਇਵਨਿੰਗ ਸ਼ੋਅ ਲੈ ਕੇ ਫਿਰ ਹਾਜ਼ਰ ਹਾਂ ਜੀ, ਤੇ ਹੁਣ ਆਪਾਂ ਗੱਲ ਕਰਾਂਗੇ ਕੈਨੇਡਾ ਤੋਂ ਡੀਪੋਰਟ ਹੋ ਰਹੇ ਅਜਿਹੇ ਲੋਕ ਜੋ ਕਿ ਆਪਣਾ ਲੀਗਲ ਸਟੇਟਸ ਕੈਨੇਡਾ ਦੇ ਵਿੱਚ ਕਿਸੇ ਕਾਰਨ ਤੋਂ ਖੋ ਦਿੰਦੇ ਨੇ। ਹਾਲਾਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ, ਐਲਾਨ ਕੀਤਾ ਗਿਆ ਸੀ, ਇੱਕ ਲਿਬਰਲ ਪਾਲਿਸੀ ਨੂੰ ਅਪਣਾਉਣ ਦੀ ਗੱਲ ਕੀਤੀ ਗਈ ਸੀ। ਲੇਕਿਨ ਐਜ਼ ਵੀ ਸੀ ਦ ਡੇਟਾ, ਪਿਛਲੇ ਸਾਲ 2022 ਦੇ ਵਿੱਚ 8,000 ਦੇ ਆਸ-ਪਾਸ ਲੋਕ ਅਜਿਹੇ ਡੈਪੂਟੇਸ਼ਨ ਦੇ ਕੇਸ ਰਹੇ, ਲੋਕਾਂ ਨੂੰ ਜਿਨ੍ਹਾਂ ਨੂੰ ਲੀਗਲ ਸਟੇਟਸ ਲੂਜ਼ ਕਰਨ ਤੋਂ ਬਾਅਦ ਵਾਪਸ ਭੇਜਿਆ ਗਿਆ। ਅਤੇ ਇਸ ਸਾਲ ਪਹਿਲੇ 6 ਮਹੀਨਿਆਂ ਦੌਰਾਨ ਹੀ ਤਕਰੀਬਨ 7600 ਦੇ ਆਸ-ਪਾਸ ਅਜਿਹੇ ਕੇਸਿਸ ਨੇ ਤੇ ਆਉਣ ਵਾਲੇ 6 ਮਹੀਨੇ ਯਾਨੀ ਕਿ ਇਸ ਸਾਲ ਦਾ ਜਦੋਂ ਤੱਕ ਅੰਤ ਹੋਏਗਾ ਵੀ ਐਜ਼ਿਊਮ ਕਿ 10,000 ਤੋਂ ਉੱਤੇ ਜਾਂ ਸ਼ਾਇਦ ਇਸ ਤੋਂ ਵੀ ਵੱਧ ਫਿਗਰ ਹੋ ਸਕਦੀ ਹੈ। ਸੋ ਡੀਪੋਰਟੇਸ਼ਨਸ ਦੇ ਨੰਬਰ ਕਿਉਂ ਵੱਧ ਰਹੇ ਨੇ, ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਉੱਘੇ ਇਮੀਗ੍ਰੇਸ਼ਨ ਲਾਇਰ ਰਾਜਵੀਰ ਸਿੰਘ ਢਿੱਲੋਂ ਸਾਹਿਬ ਸਟੂਡੀਓ ਦੇ ਵਿੱਚ ਮੌਜੂਦ ਨੇ। ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਰੈਡ ਐਫ ਐਮ ਤੇ। ਬਹੁਤ-ਬਹੁਤ ਸਵਾਗਤ ਜੀ, ਥੈਂਕ ਯੂ ਸੋ ਮਚ ਮੌਕਾ ਦੇਣ ਦੇ ਲਈ। ਤੁਹਾਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹੜਾ ਡੈਪੋਟੇਸ਼ਨ ਦਾ ਢਿੱਲੋਂ ਸਾਹਿਬ ਮਾਮਲਾ ਹੈ, ਇਹਦੇ ਵਿੱਚ ਤੁਸੀਂ ਪਿਛਲੇ ਕੁਝ 2-3 ਸਾਲਾਂ ਦੇ ਵਿੱਚ ਫਰਕ ਵੇਖਦੇ ਹੋ ਤੇ ਇਹ ਜਿਹੜੇ ਨੰਬਰਸ ਆ ਰਹੇ ਨੇ, ਪਹਿਲੇ 6 ਮਹੀਨਿਆਂ ਦਾ ਅੰਕੜਾ ਆਇਆ ਸੀ ਹੁਣ ਤੋਂ ਕੁਝ ਹਫ਼ਤੇ ਪਹਿਲਾਂ ਤੇ ਤਕਰੀਬਨ 7,500 ਡੈਪੋਟੇਸ਼ਨ ਹੋ ਚੁੱਕੇ। ਪਿਛਲੇ ਪੂਰੇ ਸਾਲ ਦੇ ਵਿੱਚ 8,000 ਡੈਪੋਟੇਸ਼ਨ ਹੋਏ ਨੇ ਤੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਇੰਨਾ ਹਾਈ ਨੰਬਰ। ਸੋ ਇਹਦਾ ਕਾਰਨ ਕੀ ਮੰਨ ਰਹੇ ਹੋ? ਸਰਕਾਰ ਦੀ ਨੀਤੀ ਦੇ ਵਿੱਚ ਪਰਿਵਰਤਨ ਸਮਝਿਆ ਜਾਏ? ਸੋ ਵੀਰ ਜੀ, ਦੇਖਣ ਨੂੰ ਤਾਂ ਇਸੇ ਤਰ੍ਹਾਂ ਹੀ ਲੱਗਦਾ ਕਿ ਆਲਮੋਸਟ ਜਿਹੜੇ ਡਿਪੋਰਟੇਸ਼ਨ ਦੇ ਕੇਸਿਸ ਆ ਉਹ ਆਲਮੋਸਟ ਡਬਲ ਹੋ ਗਏ ਨੇ। ਹਲੇ ਹੋਰ ਵੀ ਹੋਣੇ ਆ, ਬਿਕੋਜ਼ ਦਸੰਬਰ 31 ਦਸੰਬਰ ਤੱਕ ਦਾ ਅੰਕੜਾ ਫਿਰ ਸਾਨੂੰ ਅੱਗੇ ਜਾ ਕੇ ਆਊਗਾ 2024 ਦੇ ਵਿੱਚ। ਮੇਰਾ ਖਿਆਲ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਵੀ ਕੁਝ ਚੇਂਜਿਸ ਨੇ। ਬਾਕੀ ਇੱਕ ਗੱਲ ਹੋਰ ਵੀ ਦੇਖਣ ਵਾਲੀ ਹੈ ਕਿ ਇਹਦਾ ਮਤਲਬ ਕਿ ਬਹੁਤ ਲੋਕ ਇਹੋ ਜਿਹੇ ਵੀ ਹੈਗੇ ਆ ਜਿਹੜੇ ਵਿਦਆਊਟ ਸਟੇਟਸ ਕੈਨੇਡਾ ਦੇ ਵਿੱਚ ਰਹਿ ਰਹੇ ਆ, ਜਿਹੜੇ ਸਾਹਮਣੇ ਆ ਰਹੇ ਆ। ਸੋ ਸਭ ਤੋਂ ਇੰਪੋਰਟੈਂਟ ਗੱਲ, ਜਿਵੇਂ ਤੁਸੀਂ ਪਹਿਲਾਂ ਕਹੀ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਨਡਾਕੂਮੈਂਟਡ ਜਿਹੜੇ ਲੋਕ ਆ ਉਹਨਾਂ ਦੇ ਵਾਸਤੇ ਕੋਈ ਪਾਲਿਸੀ ਲੈ ਕੇ ਆਵਾਂਗੇ। ਹਾਲੇ ਤੱਕ ਉਹ ਕੋਈ ਪਾਲਿਸੀ ਸਾਹਮਣੇ ਨਹੀਂ ਆਈ। ਇਹ ਜਿਹੜਾ ਪੁਆਇੰਟ ਹੈ, ਇੱਥੇ ਮੁੱਢਲਾ ਸਵਾਲ ਹੈ, ਜਿਹੜੇ ਅਨਡਾਕੂਮੈਂਟਡ ਲੋਕ ਨੇ, ਪਹਿਲੀ ਗੱਲ ਤਾਂ ਜੇ ਉਹਨਾਂ ਕੋਲ ਡਾਕੂਮੈਂਟ ਨਹੀਂ ਹੈ ਤਾਂ ਉਹ ਇਸ ਮੁਲਕ ਦੇ ਵਿੱਚ ਰਹਿਣ ਕਿਉਂ? ਇੱਕ ਇਹ ਵੀ ਲੌਜਿਕ ਸੀ। ਤੇ ਜੇ ਪ੍ਰਧਾਨ ਮੰਤਰੀ ਤੇ ਸਰਕਾਰ ਨੇ ਇਹ ਐਲਾਨ ਕੀਤਾ ਕਿ ਅਸੀਂ ਪਾਲਿਸੀ ਲੈ ਕੇ ਆਵਾਂਗੇ, ਉਹ ਕੀ ਸੋਚ ਕੇ ਗੱਲ ਕਰ ਰਹੇ ਹੈਗੇ ਨੇ ਤੇ ਕੰਸੀਡਰੇਸ਼ਨ ਕੀ ਹੈ ਕਿ ਅਨਡਾਕੂਮੈਂਟਡ ਲੋਕਾਂ ਨੂੰ ਇੱਥੇ ਆਸਰਾ ਮਿਲਣਾ ਚਾਹੀਦਾ ਹੈ? ਕੀ ਸਾਰੇ ਲੋਕ ਠੀਕ ਨੇ ਆਸਰਾ ਲੈਣ ਦੇ ਪੁਆਇੰਟ ਆਫ ਵਿਊ ਨਾਲ? ਇੱਕ ਗੱਲ ਬਿਲਕੁਲ ਸਹੀ ਹੈ ਜੀ, ਕੋਈ ਵੀ ਪਰਸਨ ਜਿਹੜਾ ਜਿਹਦਾ ਕੋਈ ਸਟੇਟਸ ਨਹੀਂ ਹੈਗਾ ਉਹਨੂੰ ਵੈਸੇ ਆਪਣੇ ਆਪ ਹੀ ਕੰਟਰੀ ਨੂੰ ਛੱਡ ਕੇ ਜਾਣਾ ਚਾਹੀਦਾ। ਸੋ ਉਹਨੂੰ ਕੋਈ ਹੱਕ ਨਹੀਂ ਇੱਥੇ ਰਹਿਣ ਦਾ। ਬਿਲਕੁਲ ਸਹੀ ਹੈ ਇਹ। ਜਾਂ ਤਾਂ ਉਹਨੂੰ ਆਪਣਾ ਜਿਹੜਾ ਸਟੇਟਸ ਆ ਉਹ ਮੇਨਟੇਨ ਰੱਖਣਾ ਚਾਹੀਦਾ। ਜੇ ਉਹ ਮੇਨਟੇਨ ਨਹੀਂ ਰੱਖਦਾ ਸਟੇਟਸ, ਤਾਂ ਇਹ ਗੱਲ ਵੀ ਕਲੀਅਰ ਆ ਕਿ ਦੂਸਰੇ ਜਿਵੇਂ ਇੰਡੀਆ, ਪਾਕਿਸਤਾਨ ਜਾਂ ਹੋਰ ਕੰਟਰੀਜ਼ ਆ, ਉੱਥੇ ਵੀ ਦੁਨੀਆ ਰਹਿੰਦੀ ਆ। ਦੇ ਸ਼ੁੱਡ ਗੋ ਬੈਕ ਸੋ ਡੈਟ ਦੇ ਕੈਨ ਕਮ ਬੈਕ ਅਗੇਨ, ਤਾਂ ਕਿ ਉਹ ਆਪਣਾ ਜਿਹੜਾ ਹੈਗਾ ਕ੍ਰੈਡਿਟ ਖਰਾਬ ਨਾ ਕਰਨ। ਉਹਨਾਂ ਨੂੰ ਜਾਣਾ ਚਾਹੀਦਾ। ਪਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਿਛਲੇ ਦਿਨਾਂ 'ਚ ਇਹ ਗੱਲ ਕਹੀ ਸੀ ਕਿ ਜਿਹੜੇ ਲੋਕ ਕੈਨੇਡਾ ਦੀ ਇਕੋਨਮੀ ਲਈ ਕੰਟਰੀਬਿਊਟ ਕਰ ਰਹੇ ਨੇ, ਉਹਨਾਂ ਲਈ ਜਿਹੜੇ ਅਨਡਾਕੂਮੈਂਟਡ ਆ, ਅਸੀਂ ਕੋਈ ਪਾਲਿਸੀ ਲੈ ਕੇ ਆਵਾਂਗੇ। ਸੋ ਇੱਥੇ ਇੱਕ ਗੱਲ ਦੇਖਣ ਵਾਲੀ ਆ ਕਿ ਦਿਸ ਇਜ਼ ਕੌਣ ਲੋਕ ਹੁੰਦੇ ਨੇ ਇਹੋ ਜਿਹੇ ਕੈਟੇਗਰੀ ਤੇ? ਤੁਸੀਂ ਬਹੁਤ ਕੇਸਿਸ ਇਹਨਾਂ ਨੂੰ ਹੈਂਡਲ ਕਰਦੇ ਹੋ ਅਪਫਰੰਟ। ਕਿਹੜੇ ਲੋਕ ਹੁੰਦੇ ਨੇ? ਮੰਨ ਲਓ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਜਾਂ ਤੁਸੀਂ ਪਹਿਲਾਂ ਅਸਾਈਲਮ ਸੀਕਰ ਹੋ ਕੇ ਆਏ ਸੀ, ਉਹ ਕਿਹੜੇ ਲੋਕ ਹੁੰਦੇ ਨੇ ਜਿਹੜੇ ਕਿ ਇਸ ਕੈਟੇਗਰੀ 'ਚ ਫਾਲ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਇੱਕ ਐਸੈਟ ਵੀ ਮੰਨਦੇ ਹੋ?
ਸੋ ਇਹਦੇ 'ਚ ਆਲਮੋਸਟ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ। ਕਈ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਅਸਾਈਲਮ ਸੀਕਰ ਨੇ, ਉਹਨਾਂ ਦਾ ਕੇਸ ਅਸਾਈਲਮ ਦਾ ਰਿਫਿਊਜ਼ ਹੋ ਗਿਆ ਫਾਰ ਐਨੀ ਰੀਜ਼ਨ, ਜਾਂ ਕਈ ਵਰਕ ਪਰਮਿਟ ਦੇ ਸੀਗੇ, ਉਹਨਾਂ ਨੂੰ ਕਿਸੇ ਅਨਇੰਟੈਂਡਡ ਰੀਜ਼ਨਸ ਕਰਕੇ ਉਹਨਾਂ ਤੋਂ ਆਪਣਾ ਜਿਹੜਾ ਸਟੇਟਸ ਆ ਖੁੱਸ ਗਿਆ, ਜਾਂ ਉਹ ਸਟੂਡੈਂਟ ਸੀਗੇ ਜਾਂ ਵਿਜ਼ਟਰ ਸੀਗੇ, ਰਿਨਿਊ ਨਹੀਂ ਕਰ ਪਾਏ, ਐਕਸਟੈਂਡ ਨਹੀਂ ਕਰਵਾ ਪਾਏ, ਹੈ ਨਾ। ਕਿਸੇ ਵੀ ਕਾਰਨ ਕਰਕੇ ਕਈ ਵਿਚਾਰੇ ਸਹੀ ਵੀ ਹੁੰਦੇ ਆ, ਉਹ ਕਈ ਵਿਕਟਮ ਵੀ ਬਣ ਜਾਂਦੇ ਆ ਅਨਸਕਰੂਪਲਸ Employers ਦੇ ਜਾਂ ਕੰਸਲਟੈਂਟਸ ਦੇ। ਸੋ ਉਹ ਜਿਹੜੇ ਲੋਕ ਸਾਡੀ ਕੈਨੇਡਾ ਦੀ ਇਕੋਨਮੀ ਨੂੰ ਕੰਟਰੀਬਿਊਟ ਕਰਦੇ ਆ, ਸੋ ਉਹਨਾਂ ਨੂੰ ਕੁਛ ਬੈਕ ਦੇਣਾ ਵੀ ਜ਼ਰੂਰੀ ਆ। ਮੈਂ ਸਮਝਦਾ ਐਥੀਕਲੀ ਤੇ ਮੋਰਲੀ ਇਸ ਕੰਟਰੀ ਦੇ ਲਈ ਜਿਹੜਾ ਪ੍ਰਾਈਮ ਮਿਨਿਸਟਰ ਇਸੇ ਨੇ ਕਰਕੇ ਉਹ ਇਹ ਗੱਲਾਂ ਕੀਤੀਆਂ ਗਈਆਂ ਨੀਤੀਆਂ। ਬਿਲਕੁਲ ਇਸੇ ਕਰਕੇ ਉਹ ਕੀਤੀਆਂ ਅਦਰਵਾਈਜ਼ ਤਾਂ ਗਈਆਂ। ਸਮਝ ਵਿੱਚ ਨਹੀਂ ਆਉਂਦਾ ਕਿ ਅਨਡਾਕੂਮੈਂਟਡ ਹੋ ਤੁਸੀਂ ਵਾਪਸ ਜਾਓ ਆਪਣੇ ਮੁਲਕ ਦੇ ਵਿੱਚ। ਬਿਲਕੁਲ ਜੀ, ਕਈ ਡਾਕੂਮੈਂਟਡ ਵੀ ਹੈਗੇ ਆ। ਜਿਵੇਂ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਸਾਡੇ ਕਿੰਨਾ ਕ੍ਰਾਈਮ ਰੇਟ ਵਧਿਆ, ਸੋ ਉਹਨਾਂ ਦੇ ਵਿੱਚੋਂ ਕਈ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਉਹਨਾਂ 'ਤੇ ਵੀ ਉਂਗਲ ਉੱਠਦੀ ਆਈ ਆ। ਸੋ ਪਰਸਨ ਜਿਹੜਾ ਸਾਡੀ ਇਕੋਨਮੀ ਨੂੰ ਕੰਟਰੀਬਿਊਟ ਕਰਦਾ, ਉਹ ਡਿਜ਼ਰਵ ਕਰਦਾ ਕੁਛ ਸਾਡੇ ਤੋਂ। ਪਰ ਇਹ ਸਿਸਟਮ ਦਾ ਫੇਲੀਅਰ ਮੈਂ ਕਹਿ ਸਕੂੰਗਾ ਕਿ ਸਾਡਾ ਇਮੀਗ੍ਰੇਸ਼ਨ ਸਿਸਟਮ ਦਾ, ਕਿ ਪਾਲਿਸੀਜ਼ ਪ੍ਰੋਮਿਸ ਕਰਨ ਦੇ ਬਾਵਜੂਦ ਆਲਮੋਸਟ 2 ਸਾਲਾਂ ਦੇ ਵਿੱਚ ਕੋਈ ਪਾਲਿਸੀ ਪਲਾਨ ਸਾਡੇ ਸਾਹਮਣੇ ਨਹੀਂ ਆਇਆ ਇਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ। ਤੇ ਹੁਣ ਔਨ ਟੌਪ ਆਫ ਇਟ ਹੁਣ ਤਾਂ ਗਿਣਤੀ ਵੱਧ ਰਹੀ ਹੈ। ਇਹਦਾ ਮਤਲਬ ਕੀ ਹੈ ਵੀ ਸਰਕਾਰ ਨੇ ਜਿਹੜਾ 2-3 ਸਾਲ ਪਹਿਲਾਂ ਬਿਆਨ ਦਿੱਤੇ ਜਾਂ ਜੋ ਉਹਨਾਂ ਨੀਤੀ ਲਿਆਂਦੀ, ਇਨਫੈਕਟ ਮੈਂ ਪੜ੍ਹ ਰਿਹਾ ਸੀ ਕਿਉਂਕਿ ਸਵਾਲ ਤਾਂ ਆਪਣੇ ਜ਼ਹਿਨ ਦੇ ਵਿੱਚ ਉੱਠਦਾ ਹੀ ਹੈ ਵੀ ਕਿਉਂ ਅਨਡਾਕੂਮੈਂਟਡ ਲੋਕਾਂ ਨੂੰ ਕਿਉਂ ਰੱਖਿਆ ਜਾਵੇ। ਯੂਰੋਪੀਅਨ ਯੂਨੀਅਨ ਦੇ 24 ਮੈਂਬਰ ਸਟੇਟਸ ਨੇ ਜੋ ਕਿ ਅਲੱਗ-ਅਲੱਗ ਪਲਾਨ ਫੋਲੋ ਕਰ ਰਹੇ ਨੇ ਤਾਂ ਕਿ ਜਿਹੜੇ ਲੋਕ ਇਲੀਗਲੀ ਰਹਿ ਰਹੇ ਨੇ ਮੁਲਕਾਂ ਦੇ ਵਿੱਚ ਉਹ ਰਹਿ ਸਕਣ। ਹੁਣੇ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ, 2002 ਦੇ ਵਿੱਚ ਇਟਲੀ ਨੇ ਇੱਕ ਅਜਿਹਾ ਪ੍ਰੋਗਰਾਮ ਲੈ ਕੇ ਆਂਦਾ ਸੀ, 2005 ਦੇ ਵਿੱਚ ਇੱਕ ਸਪੈਨਿਸ਼ ਪ੍ਰੋਗਰਾਮ ਸੀ, ਤਕਰੀਬਨ 6.25 ਲੱਖ ਲੋਕਾਂ ਨੂੰ ਰੈਜ਼ੀਡੈਂਸੀ ਮਿਲੀ ਇਹਨਾਂ ਦੇ ਕਾਰਨ। ਹੋਰ ਵੀ ਬਥੇਰੇ ਮੁਲਕ ਹੈਗੇ ਨੇ, ਆਇਰਲੈਂਡ ਵਰਗੇ ਮੁਲਕ ਜੋ ਕਿ ਇਸ ਤਰੀਕੇ ਦੇ ਪ੍ਰੋਗਰਾਮਸ ਨੂੰ ਇਨਕਰੇਜ ਕਰਦੇ ਨੇ। ਸੋ ਇਹਨਾਂ ਮੁਲਕਾਂ ਦੇ ਜੇ ਮਾਡਲ ਨੂੰ ਫੋਲੋ ਕਰੀਏ ਜਾਂ 2 ਸਾਲ ਪਹਿਲਾਂ ਦੀ ਆਪਾਂ ਅਨਾਊਂਸਮੈਂਟ ਦੇਖੀਏ ਕੈਨੇਡੀਅਨ ਗਵਰਨਮੈਂਟ ਦੀ, ਸੋ ਉਹ ਚੀਜ਼ਾਂ ਹੁਣ ਰਿਵਰਸ ਕਿਉਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਸੋ ਇਹ ਲੱਗ ਰਿਹਾ ਕਿ ਗਵਰਨਮੈਂਟ ਦੀ ਜਾਂ ਤਾਂ ਪਾਲਿਸੀ ਚੇਂਜ ਹੋ ਰਹੀ ਆ, ਅਤੇ ਜਾਂ ਫਿਰ ਉਹ ਇਸ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ ਨੂੰ ਠੀਕ ਨਹੀਂ ਕਰਨਾ ਚਾਹੁੰਦੇ। ਸੋ ਇਸ ਸਿਸਟਮ ਨੂੰ ਠੀਕ ਕੀਤਾ ਜਾ ਸਕਦਾ, ਪਰ ਜਿਹੜਾ 2 ਸਾਲ ਦਾ ਪੀਰੀਅਡ ਆ ਕਿ ਕੁਛ ਨਹੀਂ ਹੋਇਆ, ਇਹ ਨੈਗੇਟਿਵ ਦਰਸਾਉਂਦਾ ਔਨ ਦਾ ਪਾਰਟ ਆਫ ਗਵਰਨਮੈਂਟ ਕਿ ਉਹਨਾਂ ਨੇ ਪਿੱਛੇ ਵੀ ਨਹੀਂ ਕੁਛ ਕੀਤਾ, ਹੁਣ ਵੀ ਨਹੀਂ ਕੁਛ ਕਰਨਾ। ਪਰ ਹੁਣ ਰਾਈਟ ਨਾਓ ਜਿਹੜਾ ਇਹਨਾਂ ਲੋਕਾਂ ਲਈ ਜਿਹੜਾ ਲੀਗਲ ਵੇ ਰਹਿੰਦਾ ਵਾ ਉਹ ਇੱਕੋ ਹੀ ਆ ਕਿ ਜਿਹੜੇ ਪਰਸਨ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਆ, ਉਹ CBSA ਨੂੰ ਆਪਣੀ ਡੈਫਰਲ ਰਿਕੁਐਸਟ ਦੇ ਸਕਦੇ ਆ, ਅਤੇ ਸੈਕਿੰਡ ਉਹ ਫੈਡਰਲ ਕੋਰਟ ਦੇ ਵਿੱਚ ਆਪਣੀ ਸਟੇ ਆਫ ਰਿਮੂਵਲ ਫਾਈਲ ਕਰ ਸਕਦੇ ਆ। ਬਟ ਉਹਨਾਂ ਦੋਨਾਂ ਦਾ ਸਟੈਂਡਰਡ ਕਾਫੀ ਹਾਈ ਆ। ਇਹ ਸਾਰੀ ਲਿਟੀਗੇਸ਼ਨਸ ਦੇ ਐਸੈਂਸ਼ੀਅਲੀ ਵਕੀਲਾਂ ਦੀ ਲੋੜ ਪਏਗੀ ਇਹਨਾਂ ਲਈ। ਬਿਲਕੁਲ ਜੀ, ਇਹਦੇ ਲਈ ਉਹਨਾਂ ਨੂੰ ਬਕਾਇਦਾ ਲਾਇਰ ਚਾਹੀਦਾ ਹੋਊਗਾ। ਸੋ ਜਿਹੜਾ ਵੀ ਕੋਈ ਪਰਸਨ ਡਿਪੋਰਟੇਸ਼ਨ ਦੀ ਇਹਨਾਂ ਪ੍ਰੋਸੀਡਿੰਗਸ ਨੂੰ ਫੇਸ ਕਰ ਰਿਹਾ, ਉਹਨੂੰ ਇਨ ਟਾਈਮ ਐਪਲੀਕੇਸ਼ਨ ਕਰਨੀ, ਉਹਨੂੰ ਇਨ ਟਾਈਮ ਲਾਇਰ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਜਿਹੜੀ ਐਪਲੀਕੇਸ਼ਨ ਹੈਗੀ ਆ ਫੈਡਰਲ ਕੋਰਟ ਦੀ, ਇਹਦੇ 'ਚ ਜਿਹੜਾ ਸਟੈਂਡਰਡ ਆ ਉਹ ਕਾਫੀ ਹਾਈ ਆ। ਇਹਦੇ 'ਚ ਕੋਈ ਵੀ ਐਪਲੀਕੈਂਟ ਆ ਜਿਹੜਾ ਇਹੋ ਜਿਹੀ ਪ੍ਰੋਸੀਡਿੰਗ ਨੂੰ ਫੇਸ ਕਰ ਰਿਹਾ, ਉਹਨੂੰ ਸ਼ੋਅ ਕਰਨਾ ਪੈਣਾ ਕਿ ਉਹਦੇ ਕੋਲ ਉਹਦੀ ਐਪਲੀਕੇਸ਼ਨ ਦੇ ਵਿੱਚ ਸੀਰੀਅਸ ਇਸ਼ੂ ਆ ਜਿਹੜਾ ਜੱਜ ਦੇ ਸਾਹਮਣੇ ਟਰਾਈ ਹੋਣਾ ਚਾਹੀਦਾ ਵਾ। ਸੈਕਿੰਡ ਉਹਨੂੰ ਗਰਾਊਂਡਸ ਕੀ ਲਏ ਜਾਂਦੇ ਨੇ, ਸੌਰੀ ਟੂ ਇੰਟਰਰਪਟ ਯੂ, ਗਰਾਊਂਡਸ ਕੀ ਲਏ ਜਾਂਦੇ ਕੀ ਸੀਰੀਅਸ ਇਸ਼ੂ ਕਿ ਉਹਦੀ ਐਪਲੀਕੇਸ਼ਨ ਦੇ ਵਿੱਚ ਹੈਗਾ ਕਿ ਐਕਸਕਲੂਜ਼ਨ ਆਰਡਰ ਵਾਜ਼ ਬੇਸਡ ਔਨ ਐਨੀ ਅਨਰੀਜ਼ਨੇਬਲ ਫੈਕਟਰਸ। ਸੋ ਜੇਕਰ ਉਹਦੀ ਐਪਲੀਕੇਸ਼ਨ ਦੇ ਵਿੱਚ ਸੀਰੀਅਸ ਇਸ਼ੂ ਆ, ਪਹਿਲਾ ਫੈਕਟਰ ਇਹ ਆ ਉਹਨੂੰ ਫਾਈਲ ਕਰਨ ਦੇ ਲਈ। ਸੈਕਿੰਡ ਫੈਕਟਰ ਹੈਗਾ ਕਿ ਜੇਕਰ ਉਹ ਪਰਸਨ ਡਿਪੋਰਟ ਹੋ ਗਿਆ ਤਾਂ ਉਹਨੂੰ ਇਰਰਿਪੇਅਰੇਬਲ ਲਾਸ ਹੋਊਗਾ ਜਿਹੜਾ ਕੰਪਨਸੇਟ ਨਹੀਂ ਕੀਤਾ ਜਾ ਸਕਦਾ। ਵਿਚ ਮੀਨਸ ਕਿ ਥ੍ਰੈਟ ਟੂ ਲਾਈਫ ਜਾਂ ਇਸ ਤਰੀਕੇ ਦੀ, ਮੇ ਬੀ ਥ੍ਰੈਟ ਟੂ ਲਾਈਫ, ਜਾਂ ਉਹਨੂੰ ਜਾਂ ਉਹਦੇ ਰਿਸ਼ਤੇਦਾਰ ਨੂੰ ਜਾਂ ਉਹਨਾਂ ਦੀ ਫੈਮਿਲੀ ਨੂੰ ਜਾਂ ਸੁਸਾਇਟੀ ਨੂੰ। ਸੋ ਥਰਡ ਜਿਹੜਾ ਐਪਲੀਕੈਂਟ ਆ ਉਹਨੂੰ ਇਹ ਪ੍ਰੂਵ ਕਰਨਾ ਪਊਗਾ ਕਿ ਬੈਲੈਂਸ ਆਫ ਕਨਵੀਨੀਅੰਸ ਜਿਹੜਾ ਹੈਗਾ ਉਹ ਲਾਏ ਕਰਦਾ ਟੂਵਰਡਸ ਹਿਮ, ਕਿ ਜੇਕਰ ਕਰਾਊਨ
ਕਹਿਣ ਦਾ ਮਤਲਬ ਵੀ ਜੇਕਰ ਉਹਨੂੰ ਸਟੇ ਆਫ ਪ੍ਰੋਸੀਡਿੰਗ ਦਿੱਤੀ ਜਾਂਦੀ ਹੈ, ਰਿਮੂਵਲ ਸਟੇ ਕੀਤਾ ਜਾਂਦਾ ਵਾ, ਤਾਂ ਮਿਨਿਸਟਰ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ, ਉਹਨੂੰ ਜ਼ਿਆਦਾ ਨੁਕਸਾਨ ਹੋਣ ਵਾਲਾ। ਸੋ ਬੈਲੈਂਸ ਆਫ ਕਨਵੀਨੀਅੰਸ ਜੇ ਐਪਲੀਕੈਂਟ ਵੱਲ ਜਾਂਦਾ ਥਰਡ ਫੈਕਟਰ, ਫਿਰ ਉਹਨੂੰ ਸਟੇ ਆਫ ਰਿਮੂਵਲ ਮਿਲ ਸਕਦੀ ਹੈ ਫੈਡਰਲ ਕੋਰਟ ਦੇ ਵਿੱਚ। ਕਿਹੜੀ ਕੈਟਾਗਰੀਜ਼ ਦੇ ਲੋਕ ਜ਼ਿਆਦਾ ਡਿਪੋਰਟੇਸ਼ਨਸ ਚੱਲ ਰਹੇ ਨੇ, ਕਿਉਂਕਿ ਇਹਦੇ 'ਚ ਕੀ ਕੋਈ ਫਰਕ ਕੀਤਾ ਜਾ ਸਕਦਾ ਹੈ ਕਿ ਕਿਸੇ ਸਰਟਨ ਕੈਟਾਗਰੀ ਦੇ ਲੋਕਾਂ ਨੂੰ ਜ਼ਿਆਦਾ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਫਿਰ ਬਰਾਬਰ ਹੀ ਹੈ ਸਾਰਾ ਗਿਣਤੀ ਦੇ ਹਿਸਾਬ ਨਾਲ ਵੱਖ-ਵੱਖ ਵਰਗ, ਚਾਹੇ ਸਟੂਡੈਂਟ ਨੇ, ਚਾਹੇ ਉਹ ਕੋਈ ਅਸਾਈਲਮ ਸੀਕਰ ਆ ਗਿਆ ਹੈ ਜੋ ਕਿ ਅੱਗੇ ਨਹੀਂ ਕੰਟੀਨਿਊ ਕਰ ਪਾ ਰਿਹਾ? ਸਾਰੇ ਮੇਰਾ ਖਿਆਲ ਆ ਵੀ ਸਾਰਿਆਂ ਨੂੰ ਇੱਕੋ ਜਿਹਾ ਫੈਕਟਰ ਹੀ ਆ, ਸਾਰੇ ਇੱਕ ਕਿ ਕੋਈ ਕੈਟਾਗਰੀ ਵੱਧ ਜਾਂ ਘੱਟ ਡਿਪੋਰਟੇਸ਼ਨ ਨਹੀਂ ਫੇਸ ਕਰ ਰਹੀ। ਕੋਈ ਵੀ ਪਰਸਨ ਜਿਹਦਾ ਸਟੇਟਸ ਐਕਸਪਾਇਰ ਹੋ ਚੁੱਕਿਆ, ਹੀ ਔਰ ਸ਼ੀ ਵਿਲ ਫੇਸ ਅ ਡਿਪੋਰਟੇਸ਼ਨ। ਹਾਂਜੀ। ਤੇ ਫਾਈਨਲੀ ਤੁਸੀਂ ਕੀ ਐਂਟੀਸਿਪੇਟ ਕਰਦੇ ਹੋ? ਅੰਕੜੇ ਤਾਂ ਵੱਧ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟ੍ਰੈਂਡ ਐਵੇਂ ਹੀ ਕੰਟੀਨਿਊ ਰਹੇਗਾ? ਤੇ ਜਿਹੜਾ ਕ੍ਰਾਈਮ ਵੱਧ ਰਿਹਾ ਹੈ, ਬਹੁਤ ਸੀ ਅਜਿਹੀਆਂ ਚੀਜ਼ਾਂ, ਅਜਿਹੇ ਰੁਝਾਨ, ਜਿਵੇਂ ਆਪਾਂ ਲੋਅਰ ਮੇਨਲੈਂਡ ਇਲਾਕੇ ਦੇ ਵਿੱਚ ਇਸ ਵਕਤ ਰੰਗਦਾਰੀਆਂ, ਐਕਸਟੋਰਸ਼ਨ ਦੀ ਕਾਲਸ ਆ ਰਹੀਆਂ ਨੇ। ਸੋ ਆਪਾਂ ਆਲਰੇਡੀ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇੱਕ ਬਿਲਕੁਲ ਹੀ ਟਰਨ ਹੀ ਹੋ ਗਿਆ, ਸਰਕਾਰ ਦੀ ਨੀਤੀ ਬਦਲ ਦੀ ਜਾ ਰਹੀ ਹੈ। ਸੋ ਇਹ ਸਾਰੇ ਫੈਕਟਰਸ ਕਾਊਂਟ ਕਰਦੇ ਨੇ। ਪਹਿਲਾਂ ਤਾਂ ਬਹੁਤ ਇੱਕ ਰਿਸੈਪਟਿਵ ਮੁਲਕ ਮੰਨਿਆ ਜਾਂਦਾ ਸੀ ਕੈਨੇਡਾ, ਲੇਕਿਨ ਪਿਛਲੇ ਕੁਛ ਮਹੀਨਿਆਂ, ਹਫ਼ਤਿਆਂ ਤੋਂ ਕਹਿੰਦੇ ਕੋਈ ਪੋਲੀਟੀਕਲ ਦਬਾਅ ਵੀ ਇਹਦਾ ਹੈ, ਕਿਉਂਕਿ ਜਿਵੇਂ ਵਿਰੋਧੀ ਧਿਰਾਂ ਕਹਿੰਦੇ ਨੇ ਇਟਸ ਅ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ। ਸੋ ਮੈਨੂੰ ਲੱਗਦਾ ਉਹਨੂੰ ਕਰੈਕਟ ਕਰਨ ਦਾ ਤਰੀਕਾ ਇਹ ਹੈ ਕਿ ਸਖਤੀ ਕਰ ਦਿਓ ਤੇ ਆਮਦ ਨੂੰ ਰੋਕ ਦਿਓ। ਬਿਲਕੁਲ ਦੇਖਣ ਨੂੰ ਇਹੀ ਲੱਗਦਾ ਹੈਗਾ ਕਿ ਜਿਵੇਂ ਵਿਰੋਧੀ ਧਿਰਾਂ ਨੇ ਸਾਰਿਆਂ ਨੇ ਕਿਹਾ ਕਿ ਦਿਸ ਇਜ਼ ਅ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ, ਸੋ ਇਹਦੇ ਤੋਂ ਇੱਕ ਗੱਲ ਹੋਰ ਦੁਬਾਰਾ ਪ੍ਰਗਟ ਹੋ ਰਹੀ ਹੈ ਕਿ 2 ਸਾਲ ਪਹਿਲਾਂ ਕੀਤਾ ਹੋਇਆ ਪ੍ਰੋਮਿਸ ਜਾਂ ਦਿੱਤਾ ਹੋਇਆ ਮੈਂਡੇਟ, ਉਹ 2 ਸਾਲਾਂ ਦੇ ਵਿੱਚ ਗਵਰਨਮੈਂਟ ਫੋਲੋ ਨਹੀਂ ਕਰ ਸਕੀ। ਇਟ ਸੈਲਫ ਸ਼ੋਜ਼ ਕਿ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਉਹ ਬ੍ਰੋਕ ਹੋਇਆ ਵਾ। ਪਾਲਿਸੀ ਨਹੀਂ ਹੈ, ਪਾਲਿਸੀ ਜੋ ਤੁਸੀਂ ਪਹਿਲਾਂ ਸੋਚ ਰਹੇ ਸੀ, ਮਤਲਬ 2 ਸਾਲਾਂ ਦੇ ਵਿੱਚ ਹੀ ਤੁਸੀਂ ਐਡਾ ਵੱਡਾ ਅਨਾਊਂਸ ਕਰਕੇ ਬਦਲ ਜਾਂਦੇ ਹੋ, ਫੇਰਾ ਲੈ ਲੈਂਦੇ ਹੋ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਸੋ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਆ ਕਿ ਐਕਸਟੋਰਸ਼ਨਸ ਦੀਆਂ ਕਾਲਾਂ ਆਉਂਦੀਆਂ ਨੇ, ਸੋ ਇੰਟਰਨੈਸ਼ਨਲ ਸਟੂਡੈਂਟਸ ਵੱਲ ਉਂਗਲ ਕੀਤੀ ਜਾਂਦੀ ਹੈ। ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇੱਦਾਂ ਨਹੀਂ ਹੁੰਦੇ, ਕੁਛ ਕੁ ਚੰਦ ਲੋਕ ਹੈਗੇ ਆ ਜਿਹੜੇ ਇੱਦਾਂ ਹੈਗੇ ਆ, ਜਿਹੜੇ ਦੂਸਰਿਆਂ ਨੂੰ ਵੀ ਬਦਨਾਮ ਕਰਦੇ ਆ। ਸੋ ਮੇਰਾ ਖਿਆਲ ਇਹ ਆ, ਗਵਰਨਮੈਂਟ ਨੂੰ ਇਮੀਗ੍ਰੇਸ਼ਨ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਆ ਕਿ ਕੈਨੇਡਾ ਦੇ ਵਿੱਚ ਜਦੋਂ ਪਰਸਨ ਐਂਟਰ ਹੋ ਰਿਹਾ, ਕੀ ਉਹ ਕ੍ਰੈਡੀਬਲ ਪਰਸਨ ਆ, ਕੀ ਉਹਦਾ ਕੋਈ ਪਾਸਟ ਕ੍ਰਿਮੀਨਲ ਰੈਕਡ ਹੈਗਾ ਜਾਂ ਨਹੀਂ ਹੈਗਾ। ਸੋ ਸਾਡੀ ਗਵਰਨਮੈਂਟ ਇਸ ਪੁਆਇੰਟ 'ਤੇ ਫੇਲ ਹੋਈ ਆ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਨੰਬਰ ਆਫ ਗੈਂਗਸਟਰਸ ਇੱਥੇ ਪਹੁੰਚ ਚੁੱਕੇ ਨੇ, ਅਤੇ ਬਹੁਤ ਕੰਟਰੀਜ਼ ਇਹੋ ਜਿਹੀਆਂ ਜਿਹੜੀਆਂ ਸਾਡੇ ਕੰਟਰੀ ਵੱਲ ਉਂਗਲ ਕਰਦੀਆਂ ਨੇ ਕਿ ਇਹ ਇੱਕ ਗੈਂਗਸਟਰਸ ਦੇ ਲਈ ਬਹੁਤ ਵਧੀਆ ਸ਼ੈਲਟਰ ਵਾਲਾ ਕੰਟਰੀ ਹੈ। ਤਾਂ ਹੈ ਵੀ ਫੈਕਟ ਵੀ ਹੈ, ਉਹਦੇ 'ਚ ਕੋਈ ਦੁਰਾਵਾਂ ਨਹੀਂ ਹੈਗੀਆਂ ਕਿ ਇੱਥੇ ਇਹ ਚੀਜ਼ਾਂ ਹੋ ਰਹੀਆਂ ਨੇ। ਸੋ ਇਸੇ ਲਈ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਉਹਨੂੰ ਓਵਰਹਾਲ ਕਰਨ ਦੀ ਲੋੜ ਹੈਗੀ ਆ ਕਿ ਸਾਡੇ ਕੰਟਰੀ 'ਚ ਕੌਣ ਐਂਟਰ ਹੋ ਰਿਹਾ, ਇਹਦੀ ਜਾਂਚ ਉਸ ਪਰਸਨ ਦੇ ਐਂਟਰ ਹੋਣ ਤੋਂ ਪਹਿਲਾਂ ਹੋਣੀ ਚਾਹੀਦੀ ਆ। ਇਹ ਬੜਾ ਇੰਪੋਰਟੈਂਟ ਹੈ ਜੀ। ਜੀ ਢਿੱਲੋਂ ਸਾਹਿਬ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਆਏ, ਸਮਾਂ ਕੱਢਿਆ ਤੇ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ। ਲੇਕਿਨ ਡੈਪੋਟੇਸ਼ਨਸ ਜਿਹੜੀਆਂ ਨੇ ਉਹ ਇੱਕ ਚਿੰਤਾਜਨਕ ਰੁਝਾਨ ਹੈ ਤੇ ਗਿਣਤੀ ਤੇ ਅੰਕੜਾ ਇਸ ਸਾਲ ਦੇ ਅੰਤ ਤੱਕ ਰਿਕਾਰਡ ਤੋੜ ਹੋ ਜਾਏਗਾ। ਮੈਨੂੰ ਲੱਗਦਾ ਪਿਛਲੇ ਕਈ ਸਾਲਾਂ, ਦਹਾਕਿਆਂ ਦੇ ਵਿੱਚ ਸ਼ਾਇਦ ਇੰਨੀ ਡੈਪੋਟੇਸ਼ਨਸ ਨਹੀਂ ਹੋਈਆਂ ਹੋਣਗੀਆਂ ਜਿੰਨੀਆਂ 2023 ਦੇ ਵਿੱਚ ਹੋਣਗੀਆਂ।